ਇਹ ਸ਼ਬਦ ਦੇ ਅੰਦਰ ਸਤਿਗੁਰੂ ਜੀ ਨੇ ਬ੍ਰਹਮ ਦ੍ਰਿਸ਼ਟੀ ਦੀ ਗੱਲ ਕੀਤੀ ਹੈ। ਜਦੋਂ ਗੁਰਮੁਖ ਸਵਾਸ ਸਵਾਸ ਨਾਮ ਜਪਦਾ ਹੈ, ਪਰਮਾਤਮਾ ਦੀ ਇਬਾਦਤ ਕਰਦਾ ਹੈ, ਬਾਰ ਬਾਰ ਨਾਮ ਦਾ ਅਭਿਆਸ ਕਰਦਾ ਹੈ, ਉਹਦੀ ਜੋ ਦ੍ਰਿਸ਼ਟੀ ਹੈ ਉਹ ਬ੍ਰਹਮ ਦ੍ਰਿਸ਼ਟੀ ਬਣ ਜਾਂਦੀ ਹੈ। ਕਹਿਣ ਤੋਂ ਭਾਵ ਉਹ ਫਿਰ ਜਿੱਧਰ ਵੀ ਵੇਖਦਾ ਹੈ ਉਹਨੂੰ ਹਰੇਕ ਪਾਸੇ ਹਰੇਕ ਜੀਵ ਵਿੱਚ ਉਹਨੂੰ ਪਰਿਪੂਰਨ ਪਰਮਾਤਮਾ ਦਾ ਨੂਰ ਨਜ਼ਰ ਆਉਂਦਾ ਹੈ। ਬਚਨ ਆਪਾਂ ਪੜ੍ਹਦੇ ਆ, ਜਹ ਜਹ ਵੇਖੋ ਤਹ ਹਜੂਰ ਦੂਰ ਕਤੋ ਨਾ ਜਾਏ, ਰਵ ਰਿਹਾ ਸਰਬਤਰ ਮੈਂ ਮਨ ਸਦਾ ਧਿਆਏ। ਜਿੱਧਰ ਵੀ ਵੇਖੇਗਾ ਉਹਨੂੰ ਹਰੇਕ ਥਾਂ ਪਰਿਪੂਰਨ ਪਰਮਾਤਮਾ ਨਜ਼ਰ ਆਵੇਗਾ। ਇੱਥੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ ਹੈ, ਆਪੇ ਭਵਰਾ ਫੂਲ ਵੇਲ। ਜਿਹੜਾ ਗੁਰਮੁਖ ਹੈ, ਗੁਰੂ ਦੇ ਸਨਮੁਖ ਰਹਿਣ ਵਾਲਾ, ਗੁਰੂ ਦੇ ਹੁਕਮਾਂ ਤੇ ਚੱਲਣ ਵਾਲਾ, ਨਾਮ ਦੀ ਕਮਾਈ ਕਰਨ ਵਾਲਾ, ਉਹਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਵੀ ਪਰਿਪੂਰਨ ਪਰਮਾਤਮਾ ਆਪ ਭਵਰਾ ਹੈ, ਸੁਗੰਧੀ ਲੈਣ ਵਾਲਾ, ਆਪ ਹੀ ਉਹ ਬੇਲ ਹੈ ਤੇ ਆਪ ਹੀ ਬੇਲ ਨੂੰ ਲੱਗਿਆ ਹੋਇਆ ਫੁੱਲ। ਗੱਲ ਸਮਝਿਓ, ਜਦੋਂ ਗੁਰਮੁਖ ਭਵਰੇ ਨੂੰ ਫੁੱਲ ਤੋਂ ਸੁਗੰਧੀ ਲੈਂਦਾ ਹੋਇਆ ਵੇਖਦਾ ਹੈ, ਉਹਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਵੀ ਭਵਰਾ ਵੀ ਵਾਹਿਗੁਰੂ ਆਪ ਹੈ ਜੋ ਸੁਗੰਧੀ ਲੈ ਰਿਹਾ ਹੈ। ਆਪੇ ਭਵਰਾ ਫੂਲ ਬੇਲ, ਉਹ ਫੁੱਲ ਵੀ ਆਪ ਹੀ ਹੈ ਤੇ ਬੇਲ ਵੀ ਆਪ ਹੀ ਹੈ। ਵੀ ਬੇਲ ਨੂੰ ਫੁੱਲ ਲੱਗਾ ਹੋਇਆ ਹੈ, ਸੁਗੰਧੀ ਲੈਣ ਵਾਲਾ ਭਵਰਾ ਫੁੱਲ ਬੇਲ, ਇਹ ਸਾਰਾ ਕੁਝ ਵਾਹਿਗੁਰੂ ਆਪ ਹੀ ਹੈ। ਆਪੇ ਸੰਗਤ ਮੀਤ ਮੇਲ। ਗੁਰਮੁਖ ਜਦੋਂ ਸੰਗਤ ਵਿੱਚ ਆਉਂਦਾ ਉਹਨੂੰ ਲੱਗਦਾ ਵੀ ਸੰਗਤ ਵੀ ਆਪ ਅਕਾਲ ਪੁਰਖ ਵਾਹਿਗੁਰੂ ਹੈ। ਆਪੇ ਸੰਗਤ ਮੀਤ ਮੇਲ। ਮੀਤ ਤੋਂ ਭਾਵ ਹੈ ਮਿੱਤਰ, ਵੀ ਆਪਣੇ ਆਪ ਸਤਸੰਗੀ ਮਿੱਤਰਾਂ ਨੂੰ ਇਕੱਠਾ ਕਰਕੇ ਇੱਕ ਥਾਂ ਜੋੜ ਕੇ ਆਪਣੇ ਗੁਣ ਗਵਾਉਣ ਵਾਲਾ ਵੀ ਵਾਹਿਗੁਰੂ ਆਪ ਹੀ ਹੈ। ਕਹਿਣ ਤੋਂ ਭਾਵ ਇਹ ਸੰਗਤ ਵੀ ਆਪ ਹੈ ਤੇ ਆਪਣੇ ਗੁਣ ਆਪ ਸੰਗਤ ਵਿੱਚ ਮਿਲ ਕੇ ਆਪ ਆਪਣੇ ਗੁਣ ਕਹਿ ਸਕਦੇ ਹਾਂ ਗਵਾ ਰਿਹਾ ਹੈ। ਜਦੋਂ ਹਰੇਕ ਦੇ ਅੰਦਰ ਦਾ ਵਾਸਾ ਹੈ, ਜਿੰਨੇ ਵੀ ਆਪਾਂ ਸਤਸੰਗ ਕਰ ਰਹੇ ਹਾਂ, ਸਾਡੇ ਹਰੇਕ ਦੇ ਅੰਦਰ ਪਰਿਪੂਰਨ ਪਰਮਾਤਮਾ ਦਾ ਵਾਸਾ ਹੈ। ਵੀ ਸੰਗਤ ਵੀ ਆਪ ਹੈ ਤੇ ਸੰਗਤ ਰੂਪ ਵਿੱਚ ਆਪ ਆਪਣੇ ਗੁਣ ਉਹ ਆਪ ਸਤਸੰਗੀਆਂ ਕੋਲੋਂ ਗਵਾ ਰਿਹਾ ਹੈ। ਐਸੀ ਭਵਰਾ ਬਾਸ ਲੈ ਤਰਵਰ ਫੁੱਲੇ ਬਨ ਹਰੇ। ਹੁਣ ਗੁਰੂ ਸਾਹਿਬ ਆਖਦੇ ਨੇ, ਐ ਗੁਰਮੁਖ ਤੂੰ ਵੀ ਭੌਰਾ ਬਣ ਕੇ ਸੁਗੰਧੀ ਲੈ। ਬਾਸ ਤੋਂ ਭਾਵ ਸੁਗੰਧੀ, ਵੀ ਸੰਗਤ ਵਿੱਚ ਆ ਕੇ ਪਰਿਪੂਰਨ ਪਰਮਾਤਮਾ ਦਾ ਨਾਮ ਜਪ। ਤਰਵਰ ਫੁੱਲੇ ਬਨ ਹਰੇ। ਜਦੋਂ ਗੁਰਮੁਖ ਸੰਗਤ ਵਿੱਚ ਹੁੰਦਾ ਹੈ, ਨਾਮ ਜਪਦਾ, ਉਹਨੂੰ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਬਨ ਤੋਂ ਭਾਵ ਹੈ ਜੰਗਲ। ਜਿੰਨਾ ਵੀ ਜੰਗਲ ਹੈ, ਉਦਾਹਰਨ ਦਿੱਤੀ ਹੈ ਸਤਿਗੁਰੂ ਜੀ ਨੇ। ਜੰਗਲ ਵਿੱਚ ਜੋ ਦਰਖਤ ਨੇ, ਤਰਵਰ ਤੋਂ ਭਾਵ ਹੈ ਦਰਖਤ, ਬੂਟੇ, ਜਿੰਨੇ ਵੀ ਫੁੱਲ ਵੀ ਨਜ਼ਰ ਆਉਂਦੇ ਨੇ ਗੁਰਮੁਖ ਨੂੰ ਸੰਗਤ ਵਿੱਚ ਆ ਕੇ, ਵੀ ਸਾਰਾ ਜੰਗਲ ਹਰਿਆ ਭਰਿਆ ਹੈ। ਸਾਰੇ ਦਰਖਤ ਉਹ ਵੀ ਹਰੇ ਭਰੇ ਨੇ ਤੇ ਜਿੰਨੀਆਂ ਵੀ ਵੇਲਾਂ ਨੇ ਸਾਰਿਆਂ ਨੂੰ ਫੁੱਲ ਖਿੜੇ ਹੋਏ ਨੇ ਤੇ ਗੁਰਮੁਖ ਭਵਰਾ ਰੂਪ ਹੋ ਕੇ ਉਹਨਾਂ ਵਿੱਚ ਸੁਗੰਧੀ ਲੈਂਦਾ। ਕਹਿਣ ਤੋਂ ਭਾਵ ਜਦੋਂ ਗੁਰਮੁਖ ਸੰਗਤ ਵਿੱਚ ਆਉਂਦਾ ਹੈ, ਸੰਗਤ ਵਿੱਚ ਜਿੱਥੇ ਨਾਮ ਦੀ ਵਰਖਾ ਹੁੰਦੀ ਹੈ, ਜਿੱਥੇ ਪਰਮੇਸ਼ਰ ਦਾ ਨਾਮ ਜਪਿਆ ਜਾ ਰਿਹਾ, ਕਿਉਂਕਿ ਸੰਗਤ ਵਿੱਚ ਕੇਵਲ ਤਾਂ ਕੇਵਲ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ, ਉਸ ਨੂੰ ਆਪਾਂ ਸੰਗਤ ਆਖਦੇ ਹਾਂ। ਸਤ ਸੰਗਤ ਕੈਸੇ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ। ਜਿੱਥੇ ਕੇਵਲ ਵਾਹਿਗੁਰੂ ਦੀ ਸਿਫਤ ਸਲਾਹ ਹੋ ਰਹੀ ਹੋਵੇ, ਵਾਹਿਗੁਰੂ ਦੇ ਗੁਣਾਂ ਦੇ ਵਿਚਾਰ ਹੋਵੇ, ਉਹ ਸੰਗਤ ਹੈ।
ਤੇ ਗੁਰਮੁਖ ਸਤ ਸੰਗਤ ਰੂਪ ਵਿੱਚ ਆ ਕੇ ਸਤਸੰਗੀਆਂ ਨਾਲ ਮਿਲ ਕੇ ਭੌਰਾ ਬਣ ਕੇ ਉਹ ਨਾਮ ਦੀ ਸੁਗੰਧੀ ਲੈਂਦਾ। ਕਹਿਣ ਤੋਂ ਭਾਵ ਨਾਮ ਜਪਦਾ, ਨਾਮ ਸੁਣਦਾ। ਰਾਹਾ ਆਪੇ ਕਵਲਾ ਕੰਤ ਆਪ। ਕਵਲਾ ਤੋਂ ਭਾਵ ਹੈ ਲక్ష్ਮੀ ਮਾਇਆ। ਵੀ ਉਹ ਵਾਹਿਗੁਰੂ ਆਪ ਹੀ ਲక్ష్ਮੀ ਹੈ। ਕੰਤ ਤੋਂ ਭਾਵ ਪਤੀ, ਆਪ ਹੀ ਲక్ష్ਮੀ ਮਾਇਆ ਦਾ ਪਤੀ ਵੀ ਉਹ ਆਪ ਹੀ ਹੈ। ਵੀ ਕਹਿਣ ਤੋਂ ਭਾਵ ਉਹਦੇ ਤੋਂ ਬਾਹਰ ਕੁਝ ਨਹੀਂ ਤੇ ਸਭ ਕੁਝ ਆਪ ਹੀ ਹੈ। ਆਪੇ ਰਾਵੇ ਸ਼ਬਦ ਥਾਪ। ਉਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ ਤੇ ਸਾਰੀ ਸ੍ਰਿਸ਼ਟੀ ਵਿੱਚ ਉਹਦਾ ਹੁਕਮ ਚੱਲ ਰਿਹਾ ਹੈ ਤੇ ਸ੍ਰਿਸ਼ਟੀ ਨੂੰ ਸਾਜ ਕੇ ਆਪ ਜੀਵਾਂ ਦੇ ਰੂਪ ਵਿੱਚ ਉਹ ਦੁਨਿਆਵੀ ਪਦਾਰਥਾਂ ਨੂੰ ਮਾਣ ਰਿਹਾ ਹੈ। ਆਪੇ ਰਾਵੇ, ਰਾਵੇ ਤੋਂ ਭਾਵ ਹੈ ਮੰਨਣਾ। ਜੀਵਾਂ ਦੇ ਰੂਪ ਵਿੱਚ ਜਿੰਨੇ ਵੀ ਦੁਨਿਆਵੀ ਪਦਾਰਥ ਨੇ ਉਹ ਵਾਹਿਗੁਰੂ ਆਪ ਇਹਨਾਂ ਦੁਨਿਆਵੀ ਪਦਾਰਥਾਂ ਨੂੰ ਮਾਣ ਰਿਹਾ ਹੈ। ਆਪੇ ਬਛਰੂ ਗਊ ਖੀਰ। ਬਛਰੂ ਤੋਂ ਭਾਵ ਹੈ ਵੱਛਾ ਤੇ ਗਊ ਤੋਂ ਭਾਵ ਹੈ ਗਾਂ ਤੇ ਖੀਰ ਤੋਂ ਭਾਵ ਹੈ ਦੁੱਧ। ਆਪੇ ਬਛਰੂ ਗਊ ਖੀਰ। ਵੀ ਗੁਰਮੁਖ ਨੂੰ ਤਾਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਪਹਿਲਾਂ ਹੀ ਅਰਜ਼ ਕੀਤੀ ਵੀ ਜਿੱਧਰ ਵੀ ਵੇਖਦਾ ਹੈ ਉਹਨੂੰ ਪਰਿਪੂਰਨ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਉਹ ਭਵਰੇ ਨੂੰ ਵੇਖੇ ਤਾਂ ਵੀ ਵਾਹਿਗੁਰੂ ਨਜ਼ਰ ਆ ਰਿਹਾ ਹੈ। ਉਹ ਕਿਸੇ ਦਰਖਤ ਨੂੰ ਵੇਖਦਾ ਹੈ, ਉਹ ਪਰਮਾਤਮਾ ਦੀ ਸਾਜੀ ਹੋਈ ਕੁਦਰਤ ਵਿੱਚੋਂ ਪਰਿਪੂਰਨ ਪਰਮਾਤਮਾ ਨੂੰ ਵੇਖਦਾ ਹੈ। ਫੁੱਲ ਨਜ਼ਰ ਆਉਂਦਾ ਹੈ ਤਾਂ ਵੀ ਉਹ ਵਿਸਮਾਦ ਅਵਸਥਾ ਵਿੱਚ ਪਹੁੰਚਦਾ ਹੈ, ਫੁੱਲ ਨੂੰ ਖਿੜਿਆ ਹੋਇਆ ਵੇਖ ਕੇ। ਗੁਰਮੁਖ ਦਾ ਹਿਰਦਾ ਖਿਲ ਉੱਠਦਾ ਹੈ ਪਰਮਾਤਮਾ ਦੀ ਕੁਦਰਤ ਨੂੰ ਵੇਖ ਕੇ। ਹੁਣ ਗੁਰੂ ਸਾਹਿਬ ਆਖਦੇ ਨੇ ਉਹ ਗਾਂ ਵੀ ਆਪ ਹੈ ਤੇ ਗਾਂ ਦਾ ਬੱਚਾ ਵੀ ਆਪ ਹੈ ਤੇ ਬੱਚੇ ਦੇ ਰੂਪ ਵਿੱਚ ਉਹ ਦੁੱਧ ਪੀਣ ਵਾਲਾ ਵੀ ਆਪ ਹੀ ਹੈ। ਵੀ ਦੁੱਧ ਵੀ ਆਪ ਹੈ, ਗਾਂ ਵੀ ਆਪ ਹੈ ਤੇ ਦੁੱਧ ਪੀਣ ਵਾਲਾ ਬੱਚਾ ਵੀ ਆਪ ਹੈ। ਵੀ ਸਭ ਕੁਝ ਆਪ ਹੀ ਹੈ। ਆਪੇ ਮੰਦਰ ਥੰਮ ਸਰੀਰ। ਉਹ ਆਪੇ ਮੰਦਰ ਹੈ, ਆਪੇ ਮੰਦਰ ਦੇ ਥੰਮ। ਸਰੀਰ ਤੋਂ ਭਾਵ ਆਪੇ ਉਹ ਸਰੀਰ ਹੈ ਤੇ ਆਪੇ ਉਹ ਜਿੰਦ ਹੈ। ਜਿੰਦ ਵੀ ਆਪ ਹੈ, ਸਰੀਰ ਵੀ ਆਪ ਹੈ। ਸਭ ਕੁਝ ਆਪੇ ਆਪ ਹੀ ਹੈ। ਉਹਦੇ ਤੋਂ ਬਾਹਰ, ਉਹਦੇ ਤੋਂ ਬਗੈਰ ਕੋਈ ਐਸੀ ਥਾਂ ਨਹੀਂ ਜਿੱਥੇ ਪਰਿਪੂਰਨ ਪਰਮਾਤਮਾ ਨਾ ਰਮਿਆ ਹੋਵੇ, ਨਾ ਵਸਿਆ ਹੋਵੇ। ਆਪੇ ਕਰਨੀ ਕਰਨਹਾਰ। ਆਪੇ ਗੁਰਮੁਖ ਕਰ ਵਿਚਾਰ। ਕਰਨੀ ਤੋਂ ਭਾਵ ਹੈ ਕੰਮ। ਵੀ ਉਹ ਕੰਮ ਵੀ ਆਪ ਹੈ ਤੇ ਕੰਮ ਕਰਨ ਵਾਲਾ ਵੀ ਆਪ ਹੀ ਹੈ। ਗੱਲ ਸਮਝਿਓ। ਆਪੇ ਕਰਨੀ ਵੀ ਉਹ ਕੰਮ ਵੀ ਆਪ ਹੈ, ਕਰਨਹਾਰ ਤੇ ਕਰਨ ਵਾਲਾ ਵੀ ਆਪ ਹੀ ਹੈ। ਆਪੇ ਗੁਰਮੁਖ ਕਰ ਵਿਚਾਰ। ਵੀ ਉਹ ਗੁਰਮੁਖ ਵੀ ਆਪ ਹੈ, ਗੁਰਮੁਖ ਦੇ ਰੂਪ ਵਿੱਚ ਆਪ ਆਪਣੇ ਗੁਣਾਂ ਦੀ ਵਿਚਾਰ ਕਰਦਾ ਹੈ। ਕਿਉਂਕਿ ਗੁਰਮੁਖ ਦਾ ਕੰਮ ਹੈ ਗੁਰੂ ਦੇ ਸਨਮੁਖ ਹੋ ਕੇ, ਗੁਰੂ ਦੇ ਹੁਕਮਾਂ ਤੇ ਚੱਲ ਕੇ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਨੀ। ਹੁਣ ਗੁਰੂ ਸਾਹਿਬ ਆਖਦੇ ਨੇ ਵੀ ਗੁਰਮੁਖ ਆਪ ਹੈ ਉਹ ਤੇ ਆਪਣੇ ਗੁਣਾਂ ਦੀ ਵਿਚਾਰ ਆਪ ਕਰ ਰਿਹਾ। ਵੀ ਜਿਹੜਾ ਗੁਰਮੁਖ ਹੈ, ਸਤਸੰਗੀ ਹੈ, ਪਰਮਾਤਮਾ ਦੇ ਗੁਣ ਗਾ ਰਿਹਾ, ਵਾਹਿਗੁਰੂ ਦਾ ਨਾਮ ਜਪ ਰਿਹਾ, ਉਹ ਸਤਸੰਗੀ ਗੁਰਮੁਖ ਵੀ ਆਪ ਹੈ ਤੇ ਆਪਣੇ ਗੁਣਾਂ ਦੀ ਵਿਚਾਰ ਵੀ ਉਹ ਆਪ ਕਰ ਰਿਹਾ ਹੈ। ਤੂੰ ਕਰ ਕਰ ਦੇਖੈ ਕਰਨਹਾਰ। ਜੋਤ ਜੀ ਅਸੰਖ ਦੇ ਆਧਾਰ। ਹੁਣ ਵਾਹਿਗੁਰੂ ਨੇ ਗੁਰੂ ਸਾਹਿਬ ਆਖਦੇ ਸੰਸਾਰ ਸਾਜਿਆ। ਹੁਣ ਸੰਸਾਰ ਨੂੰ ਸਾਜ ਕੇ ਆਪਣੇ ਸਾਜੇ ਹੋਏ ਜੀਵਾਂ ਨੂੰ ਉਹ ਵੇਖਦਾ। ਕਰ ਕਰ ਦੇਖੈ ਕਰਨਹਾਰ। ਦੇਖਿਆ ਤੋਂ ਭਾਵ ਹੈ ਵੇਖਦਾ, ਕਰਨਹਾਰ ਤੋਂ ਭਾਵ ਹੈ ਕਰਤਾ। ਸਰੀਰ ਉਹਨੇ ਸਾਰਾ ਸੰਸਾਰ ਸਾਜਿਆ, ਬੇਅੰਤ ਸਰੀਰਾਂ ਨੂੰ ਰਚਿਆ ਤੇ ਜੀਵਾਂ ਨੂੰ ਰਚ ਕੇ ਉਹਨਾਂ ਨੂੰ ਵੇਖ ਵੀ ਰਿਹਾ, ਉਹਨਾਂ ਦੀ ਪ੍ਰਤਪਾਲਨਾ ਵੀ ਕਰ ਰਿਹਾ, ਦੇਖਭਾਲ ਕਰਨ ਵਾਲਾ ਵੀ ਆਪ ਹੈ। ਜੋਤ ਜੀ ਅਸੰਖ ਦੇ ਆਧਾਰ। ਆਪਣੀ ਜੋਤ ਦਾ ਸਹਾਰਾ ਦੇ ਕੇ, ਜੋਤ ਦਾ ਆਸਰਾ ਦੇ ਕੇ ਉਹ ਕਈਆਂ ਦਾ ਸਹਾਰਾ ਬਣਦਾ ਹੈ। ਆਧਾਰ ਤੋਂ ਭਾਵ ਹੈ ਆਸਰਾ। ਵੀ ਆਪਣੀ ਜੋਤ ਦਾ ਸਹਾਰਾ ਦੇ ਕੇ ਬੇਅੰਤ ਜੀਵਾਂ ਦਾ ਉਹ ਆਸਰਾ ਹੈ। ਵੀ ਕਹਿਣ ਤੋਂ ਭਾਵ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਵਿੱਚ ਸਾਰਾ ਸੰਸਾਰ ਚੱਲ ਰਿਹਾ ਤੇ ਉਹ ਚਲਾਉਣ ਵਾਲਾ ਹੈ।
ਤੇ ਜੀਵਾਂ ਨੂੰ ਉਹਦਾ ਹੀ ਸਹਾਰਾ ਹੈ, ਉਹਦਾ ਹੀ ਆਸਰਾ ਹੈ ਜੋ ਸਦਾ ਅਟਲ ਹੈ। ਹੁਣ ਅੱਗੇ ਸਤਿਗੁਰੂ ਜੀ ਆਖਦੇ ਨੇ, ਤੂੰ ਸਰ ਸਾਗਰ ਗੁਣ ਗਹੀਰ। ਸਰ ਤੋਂ ਭਾਵੈ ਸਰੋਵਰ ਤੇ ਸਾਗਰ ਤੋਂ ਭਾਵੈ ਸਮੁੰਦਰ। ਹੇ ਵਾਹਿਗੁਰੂ, ਤੂੰ ਆਪ ਗੁਣਾਂ ਦਾ ਸਰੋਵਰ ਹੈ ਤੇ ਆਪ ਹੀ ਬਹੁਤ ਡੂੰਘਾ ਗੁਣਾਂ ਦਾ ਸਮੁੰਦਰ ਹੈ, ਜਿਹਦਾ ਕੋਈ ਅੰਤ ਨਹੀਂ ਪਾ ਸਕਿਆ। ਤੂੰ ਅਕੁਲ ਨਿਰੰਜਨ ਪਰਮ ਹੀਰ। ਅਕੁਲ ਤੋਂ ਭਾਵ ਹੈ, ਹੇ ਵਾਹਿਗੁਰੂ, ਤੇਰੀ ਕੋਈ ਕੁਲ ਨਹੀਂ, ਤੇਰੀ ਕੋਈ ਜਾਤ ਬਰਾਦਰੀ ਨਹੀਂ, ਤੇਰੀ ਕੋਈ ਖਾਸ ਕੁਲ ਨਹੀਂ। ਨਿਰੰਜਨ, ਹੇ ਵਾਹਿਗੁਰੂ, ਤੇਰੇ ਤੇ ਮੋਹ ਮਾਇਆ ਦਾ ਪ੍ਰਭਾਵ ਨਹੀਂ, ਸੰਸਾਰਕ ਮਾਇਆ ਦਾ ਤੇਰੇ ਉੱਤੇ ਰੱਤਾ ਪ੍ਰਭਾਵ ਨਹੀਂ, ਕਿਉਂਕਿ ਮਾਇਆ ਨੂੰ ਸਾਜਣ ਵਾਲਾ ਤੂੰ ਆਪ ਹੈ। ਪਰਮ ਹੀਰ, ਹੇ ਵਾਹਿਗੁਰੂ, ਹੀਰ ਤੋਂ ਭਾਵੈ ਹੀਰਾ। ਤੂੰ ਸਭ ਤੋਂ ਸ੍ਰੇਸ਼ਟ ਕੀਮਤੀ ਹੀਰਾ ਹੈ। ਤੇਰਾ ਨਾਮ ਹੀਰਾ, ਆਪਾਂ ਬਚਨ ਪੜ੍ਹਦੇ ਹਾਂ, ਕੀਰਤਨ ਨਾਮ ਨਿਰਮੋਲਕ ਹੀਰਾ। ਸਭ ਤੋਂ ਕੀਮਤੀ ਹੈ ਵਾਹਿਗੁਰੂ ਤੇਰਾ ਨਾਮ ਹੈ, ਜਿਹਦੀ ਕੋਈ ਕੀਮਤ ਨਹੀਂ ਅਦਾ ਕਰ ਸਕਦਾ। ਤੂੰ ਆਪੇ ਕਰਤਾ ਕਰਨ ਜੋਗ। ਹੇ ਵਾਹਿਗੁਰੂ, ਤੂੰ ਆਪ ਜੀਵਾਂ ਨੂੰ ਸਾਜਣ ਵਾਲਾ ਹੈ ਤੇ ਤੇਰੇ ਕੋਲੇ ਸਾਜਣ ਦੀ ਸਮਰੱਥਾ ਹੈ। ਸਮਰੱਥਾ ਹੈ ਤੇਰੇ ਕੋਲੇ, ਕਰਨ ਜੋਗ। ਜੋਗ ਵੀ ਤੂੰ ਜੀਵਾਂ ਨੂੰ ਸਾਜਿਆ ਤੇ ਤੇਰੇ ਕੋਲੇ ਇਹ ਸਮਰੱਥਾ ਹੈ, ਤਾਕਤ ਹੈ, ਹੋਰ ਕਿਸੇ ਕੋਲੇ ਤਾਕਤ ਨਹੀਂ। ਨਿਹ ਕੇਵਲ ਰਾਜਨ ਸੁਖੀ ਲੋਕ। ਨਿਹ ਕੇਵਲ ਤੋਂ ਭਾਵੈ ਵਾਸਨਾ ਰਹਿਤ। ਹੇ ਵਾਹਿਗੁਰੂ, ਤੂੰ ਵਾਸਨਾ ਤੋਂ ਰਹਿਤ ਹੈ, ਤੂੰ ਰਾਜਿਆਂ ਦਾ ਰਾਜਾ ਹੈ। ਹੇ ਵਾਹਿਗੁਰੂ, ਜਿਹਦੇ ਉੱਤੇ ਤੂੰ ਕਿਰਪਾ ਕਰਦਾ ਹੈ, ਜਿਹਨੂੰ ਆਪਣੀ ਨਾਮ ਦੀ ਦਾਤ ਬਖਸ਼ਦਾ ਹੈ, ਉਹੀ ਮਨੁੱਖ ਨਾਮ ਜਪ ਕੇ ਸੁਖਮਈ ਜੀਵਨ ਬਤੀਤ ਕਰਦੇ ਨੇ। ਨਿਹ ਕੇਵਲ ਰਾਜਨ ਸੁਖੀ ਲੋਕ, ਉਹਨਾਂ ਦਾ ਜੀਵਨ ਸੁਖਮਈ ਬਣਦਾ ਹੈ। ਹੇ ਵਾਹਿਗੁਰੂ, ਜੋ ਪਰਮੇਸ਼ਰ ਪਰਮਾਤਮਾ ਦਾ ਸਵਾਸ ਸਵਾਸ ਨਾਮ ਜਪਦੇ ਨੇ। ਅੱਗੇ ਅਖੀਰਲੀਆਂ ਪੰਕਤੀਆਂ 'ਚ ਕਿਰਪਾ ਕੀਤੀ ਹੈ, ਨਾਨਕ ਧਰਾਪੇ। ਧਰਾਪੇ ਤੋਂ ਭਾਵ ਹੈ ਰਜ ਜਾਣਾ। ਹਰ ਨਾਮ ਸਵਾਦ, ਜਿਨ੍ਹਾਂ ਨੂੰ ਵਾਹਿਗੁਰੂ ਦੇ ਨਾਮ ਵਿੱਚੋਂ ਰਸ ਆਉਣ ਲੱਗ ਪਿਆ। ਸਵਾਦ, ਜਿਹਨੂੰ ਵਾਹਿਗੁਰੂ ਦਾ ਨਾਮ ਚੰਗਾ ਲੱਗਣ ਲੱਗ ਪਿਆ, ਜਪ ਕੇ ਸਵਾਦ ਆਉਂਦਾ, ਰਸ ਆਉਂਦਾ, ਉਹ ਦੁਨਿਆਵੀ ਪਦਾਰਥਾਂ ਵੱਲੋਂ ਰੱਜ ਗਏ ਨੇ, ਰੱਜ ਜਾਂਦੇ ਨੇ। ਗੱਲਾਂ ਦੋ ਨੇ, ਇੱਕ ਜਦੋਂ ਸਵਾਸ ਸਵਾਸ ਨਾਮ ਜਪਦੇ ਨੇ, ਵਾਹਿਗੁਰੂ ਝੋਲੀਆਂ ਭਰ ਦਿੰਦਾ ਹੈ, ਦਾਤਾਂ ਦੇ ਕੇ ਰਜਾ ਦਿੰਦਾ ਹੈ, ਭੁੱਖ ਨਹੀਂ ਰਹਿੰਦੀ, ਕਿਉਂਕਿ ਕੋਈ ਕਮੀ ਛੱਡਦਾ ਹੀ ਨਹੀਂ। ਤੇ ਦੂਜੀ ਗੱਲ ਵੀ ਜਦੋਂ ਨਾਮ ਨੂੰ ਮਨੁੱਖ ਜਪਦਾ ਹੈ, ਸਵਾਸ ਸਵਾਸ ਨਾਮ ਦਾ ਰਸ ਆਉਂਦਾ ਹੈ, ਫਿਰ ਭਾਵੇਂ ਕਿਤੇ ਥੋੜੀ ਕਮੀ ਵੀ ਹੈ ਨਾ, ਫਿਰ ਮਨੁੱਖ ਉਸ ਕਮੀ ਨੂੰ ਨਹੀਂ ਚਿਤਾਰਦਾ। ਜਿੰਨਾ ਮਿਲਿਆ ਉਹਦੇ ਵਿੱਚ ਹੀ ਖੁਸ਼ ਰਹਿੰਦਾ, ਉਹਦੇ ਵਿੱਚ ਹੀ ਰੱਜਿਆ ਰਹਿੰਦਾ ਵੀ ਵਾਹਿਗੁਰੂ ਤੇਰੀ ਬੜੀ ਕਿਰਪਾ, ਜਿੰਨੇ ਮੇਰੇ ਕਰਮ ਸਨ, ਮੇਰੇ ਕਰਮਾਂ ਦੇ ਮੁਤਾਬਕ ਹੈ ਵਾਹਿਗੁਰੂ, ਤੂੰ ਮੇਰੀ ਯੋਗਤਾ ਤੋਂ ਵੱਧ ਮੈਨੂੰ ਦੇਖ ਕੇ ਨਵਾਜਿਆ। ਨਾਨਕ ਧਰਾਪੇ ਹਰ ਨਾਮ ਸਵਾਦ, ਬਿਨ ਹਰ ਗੁਰ ਪ੍ਰੀਤਮ ਜਨਮ ਬਾਦ। ਹੁਣ ਗੁਰੂ ਸਾਹਿਬ ਆਖਦੇ ਨੇ, ਬਿਨਾਂ ਗੁਰ ਪਰਮੇਸ਼ਰ ਤੋਂ, ਵੀ ਗੁਰੂ ਦੇ ਲੜ ਲੱਗੇ ਬਗੈਰ, ਗੁਰੂ ਦੇ ਹੁਕਮਾਂ ਤੇ ਚੱਲੇ ਬਗੈਰ ਜਿਹੜਾ ਜੀਵਨ ਹੈ ਉਹ ਭਾਈ ਵਿਅਰਥ ਹੈ। ਵੀ ਗੁਰੂ ਦਾ ਹੁਕਮ ਕੀ ਹੈ? ਵੀ ਸਾਨੂੰ ਸਵਾਸ ਸਵਾਸ ਉਹ ਵਾਹਿਗੁਰੂ ਦਾ ਨਾਮ ਜਪਣਾ ਹੈ, ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਨੀ ਹੈ। ਜੋ ਆਪਾਂ ਸਾਧ ਸੰਗ ਰੂਪ ਵਿੱਚ ਮਿਲ ਕੇ ਆਪਾਂ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰ ਰਹੇ ਹਾਂ, ਕਹਿ ਸਕਦੇ ਹਾਂ ਸਾਡੇ ਬਹੁਤ ਉੱਤਮ ਚੰਗੇ ਭਾਗ ਹਨ। ਚੰਗੇ ਭਾਗਾਂ ਦੀ ਨਿਸ਼ਾਨੀ ਹੈ ਜਦੋਂ ਮਨੁੱਖ ਸੰਗਤ ਵਿੱਚ ਆ ਕੇ ਪਰਿਪੂਰਨ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ, ਇਬਾਦਤ ਕਰਦਾ ਹੈ। ਨਾਮ ਆਪਾਂ ਭਾਵੇਂ ਘਰ ਵੀ ਜਪਦੇ ਹਾਂ, ਸੁਣਦੇ ਹਾਂ, ਪਰ ਜੋ ਮਨ ਨੂੰ ਟਿਕਾ, ਜੋ ਰਸ ਗੁਰੂ ਘਰ ਆ ਕੇ ਬਾਣੀ ਪੜ੍ਹਨ ਤੇ ਬਾਣੀ ਸੁਣਨ ਵਿੱਚ ਆਉਂਦਾ ਹੈ, ਰਸ ਘਰ ਵੀ ਆਉਂਦਾ ਹੈ, ਪਰ ਗੁਰੂ ਘਰ ਦੀ ਗੱਲ ਹੀ ਵੱਖਰੀ ਹੈ। ਤੇ ਆ ਕੇ ਮਨ ਟਿਕਦਾ ਹੈ, ਮਨ ਸ਼ਾਂਤ ਹੁੰਦਾ ਹੈ। ਸੋ ਵਾਹਿਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਨ, ਨਾਮ ਦੀ ਦਾਤ ਬਖਸ਼ਿਸ਼ ਕਰਨ। ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਭੁਲਾਂ ਚੁਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ